2013 ਦੇ ਵਿੱਚ ਇਹ ਬਣਾਇਆ ਗਿਆ ਸਟੇਟ ਟ੍ਰੇਨਿੰਗ ਸੈਂਟਰ ਤਾਰਾ ਦੇਵੀ ਸ਼ਿਮਲਾ ਹਿੱਲ। ਉਸ ਸਮੇਂ ਸਟੇਟ ਸੈਕਟਰੀ GS ਗਰੇਵਾਲ ਜੀ ਵੱਲੋਂ ਇਸ ਦਾ ਉਦਘਾਟਨ ਕੀਤਾ ਹੋਇਆ ਹੈ। ਆਨਰੇਬਲ ਡਾਕਟਰ ਸਿੱਧੂ ਸਿੰਘ ਰੰਧਾਵਾ ਸਟੇਟ ਚੀਫ ਕਮਿਸ਼ਨਰ ਭਾਰਤ ਸਕਾਟ ਐਂਡ ਗਾਈਡਸ ਪੰਜਾਬ ਔਨ 1/1/2013 ਸਟੇਟ ਟ੍ਰੇਨਿੰਗ ਸੈਂਟਰ ਤਾਰਾ ਦੇਵੀ ਸ਼ਿਮਲਾ ਹਿਲਸ। ਹੁਣ ਅਸੀਂ ਅੱਗੇ ਬੇਸ ਕੈਂਪ ਹੈ ਜਿਹੜਾ ਤੁਹਾਨੂੰ ਸਾਰਾ ਦਿਖਾਉਣ ਜਾ ਰਹੇ ਹਾਂ। ਹਾਂਜੀ, ਅਸੀਂ ਸਕਾਟ ਦੇ ਕੈਂਪ ਦੇ ਉੱਤੇ ਪਹੁੰਚ ਚੁੱਕੇ ਹਾਂ। ਆਓ ਅਸੀਂ ਦੇਖੀਏ ਜਿੱਥੇ ਸਕਾਟ ਦੇ ਕੈਂਪ ਲੱਗਦੇ ਨੇ ਉਹ ਕਿਸ ਤਰ੍ਹਾਂ ਦੀ ਥਾਂ ਹੈ ਤੇ ਕਿਸ ਤਰ੍ਹਾਂ ਦੇ ਜੀਵਨ ਦੀ ਜਾਂਚ ਸਿਖਾਈ ਜਾਂਦੀ ਹੈ। ਇਹ ਦੇਖੋ, ਪਹਿਲਾਂ ਇਹ ਸੜਕਾਂ ਰਾਹੀਂ ਅਸੀਂ ਇੱਥੇ ਆਉਂਦੇ ਹਾਂ। ਉਸ ਤੋਂ ਬਾਅਦ ਫਿਰ ਇਹ ਰਸਤੇ ਰਾਹੀਂ ਜਿਹੜਾ ਜਿਵੇਂ ਕਿ ਪਿੱਛੇ ਤੁਹਾਨੂੰ ਦਿਖਾਇਆ ਹੈ, ਇਸ ਰਸਤੇ ਰਾਹੀਂ ਅਸੀਂ ਕੈਂਪ ਦੇ ਵਿੱਚ ਦਾਖਲ ਹੁੰਦੇ ਹਾਂ। ਇਹ ਉਹ ਸਥਾਨ ਹੈ ਜਿੱਥੇ ਅਸੀਂ ਝੰਡੇ ਦੀ ਰਸਮ ਹੈ ਜਿਹੜੀ ਉਹ ਅਦਾ ਕਰਦੇ ਹਾਂ, ਜਿੱਥੇ ਸਵੇਰੇ ਸਵੇਰੇ ਬੱਚਿਆਂ ਨੂੰ PT ਕਰਾਈ ਜਾਂਦੀ ਹੈ ਤੇ ਉਹਨਾਂ ਨੂੰ ਦੱਸਿਆ ਜਾਂਦਾ ਹੈ ਕਿ ਕਿਸ ਤਰ੍ਹਾਂ ਦੀਆਂ ਕਲੈਪਸ ਨੇ ਜਿਹੜੀਆਂ ਉਹ ਵੀ ਸਿਖਾਈਆਂ ਜਾਂਦੀਆਂ ਨੇ। ਹੁਣ ਅਸੀਂ ਝੰਡੇ ਦੇ ਲਵੇ ਜਾ ਰਹੇ ਹਾਂ, ਜਿਸ ਪੋਲ ਦੇ ਵਿੱਚ ਝੰਡੇ ਦੀ ਰਸਮ ਹੈ ਜਿਹੜੀ ਉਹ ਅਦਾ ਕੀਤੀ ਜਾਂਦੀ ਹੈ। ਇਹ ਉਹ ਪੋਲ ਹੈ ਜਿਸ ਉੱਪਰ ਝੰਡੇ ਦੀ ਰਸਮ ਅਦਾ ਕੀਤੀ ਜਾਂਦੀ ਹੈ। ਇਹ ਉਹ ਬੇਸ ਹੈ। ਇਸ ਤਰ੍ਹਾਂ ਦੇ ਇਹਦੇ ਸਕਾਟ ਦੇ ਕਈ ਬੇਸ ਬਣੇ ਹੋਏ ਹਨ ਇੱਥੇ ਦੂਰ ਦੂਰ ਤੱਕ। ਜਿਵੇਂ ਇਹ ਹੈ, ਇਸੇ ਤਰ੍ਹਾਂ ਹੀ ਇੱਕ ਤੁਹਾਨੂੰ ਹੋਰ ਦਿਖਾਉਂਦੇ ਹਾਂ। ਇਸ ਦੇ ਨਾਲ ਹੀ ਇਸ ਦੇ ਉੱਪਰਲੇ ਪਾਸੇ ਇੱਕ ਹਲਕਾ ਜਿਹਾ ਦਿਖ ਰਿਹਾ ਹੈ, ਠੀਕ ਹੈ। ਇਹ ਵੀ ਸਾਡਾ ਬੇਸ ਕੈਂਪ ਹੀ ਹੈ, ਜਿਹੜਾ ਕਿ ਇਸ ਕੈਂਪ ਤੋਂ ਉੱਪਰ ਲੱਗਿਆ ਹੋਇਆ ਹੈ, ਬਣਿਆ ਹੋਇਆ ਹੈ। ਇੱਥੇ PT ਹੁੰਦੀ ਹੈ। ਇਹ ਇਸ ਦੇ ਸਕਾਟ ਦੇ ਕੈਂਪ ਦੀ ਜਿਸ ਦੇ ਵਿੱਚ ਇੱਕ ਤਾਂ ਇਹ ਰਸਤਾ ਜਾ ਰਿਹਾ ਹੈ ਜੋ ਇੱਕ ਦੂਰ ਦਿਖਦੇ ਹੋ, ਇੱਕ ਆਹ ਪੌੜੀਆਂ ਨੇ, ਇਹ ਵੀ ਸਾਨੂੰ ਕੈਂਪ ਦੇ ਵਿੱਚ ਹੀ ਲੈ ਕੇ ਜਾਂਦੀਆਂ ਹਨ। ਇਹ ਕੈਂਪ ਹੈ ਜਿਹੜਾ ਇਸ ਦਾ ਹੈੱਡਕੁਆਟਰ ਲਾ ਲਓ, ਜਿਸ ਦੇ ਵਿੱਚ ਮੁਲਾਜ਼ਮ ਨੇ ਜਿਹੜੇ ਉਹ ਆ ਕੇ ਤਿਆਰੀਆਂ ਕਰਦੇ ਨੇ।
ਇਹ ਸਟਾਰਟਿੰਗ ਵਾਲੇ ਰੂਮਸ ਹਨ। ਬਹੁਤ ਪੁਰਾਣੇ ਬਣੇ ਹੋਏ ਹਨ ਇਹ, ਪਰ ਇਹਨਾਂ ਨੂੰ ਦੇਖ ਕੇ ਲੱਗਦਾ ਹੈ ਕਿ ਜਿਵੇਂ ਕੁਛ ਹੀ ਸਾਲਾਂ ਦੇ ਬਣੇ ਹੁੰਦੇ ਹਨ। ਜਿਵੇਂ ਪਹਿਲਾਂ ਸੀ ਲੱਕੜ ਦਾ ਕੰਮ ਕੀਤਾ ਹੋਇਆ, ਮੈਕਸੀਮਮ ਕੰਮ। ਜਿਵੇਂ ਦੇਖੋ ਇਸ ਦੇ ਵਿੱਚ ਇਹ ਸਭ ਲੱਕੜ ਹੈ। ਲੱਕੜ ਦੀ ਵੀ ਇਸ ਤਰ੍ਹਾਂ ਦੀ ਸੈਟਿੰਗ ਕੀਤੀ ਹੋਈ ਹੈ ਕਿ ਬਹੁਤ ਮਜ਼ਬੂਤ ਲੱਕੜ ਹੈ ਜਿਹੜੀ ਉਹ ਵਰਤੀ ਹੋਈ ਹੈ। ਚਾਹੇ ਇਸ ਨੂੰ ਬਣੇ ਨੂੰ ਬਹੁਤ ਸਾਲ ਹੋ ਗਏ, ਪਰ ਅੱਜ ਵੀ ਇਹ ਇਸੇ ਤਰ੍ਹਾਂ ਖੜ੍ਹਾ ਹੈ। ਇਸ ਦੀ ਦਿੱਖ ਹੈ ਜਿਹੜੀ, ਅੰਦਰ ਵੀ ਸਾਰਾ ਲੱਕੜ ਹੀ ਲੱਕੜ ਹੈ ਸਿਰਫ। ਇੱਥੋਂ ਦੂਸਰੇ ਆਮ ਕਮਰੇ ਨੇ ਜਿਹੜੇ ਉਹ ਸਟਾਰਟ ਹੋ ਜਾਂਦੇ ਨੇ ਲੱਕੜ ਤੋਂ ਬਿਨਾਂ ਵਾਲੇ, ਜਿਹੜੇ ਕਿ ਮੈਨੂੰ ਲੱਗਦਾ ਹੈ ਪੁਰਾਣੇ ਸਮੇਂ ਮਿੱਟੀ ਦੇ ਨਾਲ ਬਣਾਏ ਸੀ। ਵਿੱਚ ਮਿੱਟੀ, ਜਿਵੇਂ ਆਪਣੀ ਪਾਂਡੂ ਦੀ ਇੱਟ ਨਹੀਂ ਨਜ਼ਰ ਆ ਰਹੀ ਇਸ ਦੇ ਵਿੱਚ। ਖੜਕੇ ਤੋਂ ਦੇਖੋ ਪਤਾ ਲੱਗਦਾ ਹੈ ਕਿ ਮਿੱਟੀ ਦੇ ਨਾਲ ਇਹ ਬਣੀਆਂ ਹੋਈਆਂ ਨੇ। ਇਸ ਦੇ ਆਲੇ ਦੁਆਲੇ ਦਾ ਨਜ਼ਾਰਾ ਦੇਖੋ, ਕੈਂਪ ਦੇ ਪਹਾੜਾਂ ਦੇ ਨਾਲ ਘਿਰਿਆ ਹੋਇਆ ਤਾਰਾ ਦੇਵੀ ਕੈਂਪ। ਜਿਹੜਾ ਅਸੀਂ ਤਾਰਾ ਦੇਵੀ ਨਾਮ ਹੈ ਜਿਹੜਾ, ਉਹ ਇਸ ਦੇ ਉੱਪਰ ਇਹ ਜੋ ਦਿਖ ਰਿਹਾ ਹੈ, ਇਹ ਤਾਰਾ ਦੇਵੀ ਦਾ ਮੰਦਿਰ ਹੈ, ਜਿਸ ਦੇ ਨਾਂ 'ਤੇ ਇਹ ਕੈਂਪ ਚੱਲਦਾ ਹੈ। ਇੱਥੇ ਦੇਖੋ ਨਾਲ ਹੁੰਦੇ ਪ੍ਰਬੰਧ ਹੈ ਜਿਹੜਾ ਇਸ ਦੇ ਵਿੱਚ ਇਸ ਤਰ੍ਹਾਂ ਦਾ ਵੀ ਕੀਤਾ ਹੋਇਆ ਹੈ ਕਿ ਪਾਣੀ ਦੀ ਵੇਸਟੇਜ ਹੈ ਜਿਹੜੀ ਉਸ ਨੂੰ ਕਿਵੇਂ ਸਾਂਭਿਆ ਜਾਂਦਾ। ਦੇਖੋ ਇਹਨਾਂ ਨੇ ਇੱਕ ਡਰੇਨ ਸਿਸਟਮ ਬਣਾਇਆ ਹੋਇਆ ਹੈ ਜਿਹੜਾ ਆ ਦੇਖੋ, ਅਤੇ ਇਹ ਇਸ ਦੇ ਪਾਣੀ ਦੇ ਰੱਖ ਰਖਾਵ ਲਈ ਬਣੇ ਹੋਏ ਹਨ। ਜਿਹੜਾ ਕਿ ਦੇਖੋ ਇੱਥੋਂ ਮੀਂਹ ਦਾ ਪਾਣੀ ਹੈ ਜਿਹੜਾ ਉਹ ਆਉਂਦਾ ਹੈ ਇਸ ਦੇ ਵਿੱਚ ਇੱਕ, ਅਤੇ ਸਾਰੇ ਜਿਹੜੇ ਉੱਪਰ ਟੀਨ ਪਏ ਹੋਏ ਹਨ, ਇਹਨਾਂ ਟੀਨਾਂ ਦੇ ਉੱਪਰ ਜੋ ਪਾਣੀ ਗਿਰਦਾ ਹੈ ਉਹ ਵੇਸਟ ਨਾ ਹੋਵੇ, ਉਸ ਨੂੰ ਸਟੋਰੇਜ ਕਰਨ ਦੀ ਪ੍ਰਬੰਧ ਹੈ। ਅਤੇ ਇੱਥੇ ਦੇਖੋ ਇਹ ਹੈ ਡਾਈਨਿੰਗ ਹਾਲ। ਇੱਥੇ ਸਾਰੇ ਬੱਚਿਆਂ ਨੂੰ ਖਾਣਾ ਦਿੱਤਾ ਜਾਂਦਾ ਹੈ। ਪੁਰਾਣਾ ਜ਼ਰੂਰ ਹੈ, ਪਰ ਇੱਥੇ ਦੇ ਮੁਲਾਜ਼ਮਾਂ ਦੀ ਮਿਹਨਤ ਦੇ ਸਦਕਾ ਇਸ ਨੂੰ ਅੱਜ ਵੀ ਜਿਉਂ ਤਾਂ ਤਿਉਂ ਰੱਖਿਆ ਹੋਇਆ ਹੈ। ਇਹ ਬੇਸ ਕੈਂਪ ਹੈ ਜਿਹੜਾ ਪੰਜਾਬ ਅਤੇ ਹਰਿਆਣਾ ਦਾ ਸਾਂਝਾ ਬੇਸ ਕੈਂਪ ਹੈ। ਠੀਕ ਹੈ, ਇਸ ਤੋਂ ਨੀਚੇ ਹੈ ਜਿਹੜਾ ਉਹ ਇੱਕ ਹੋਰ ਬੇਸ ਕੈਂਪ ਹੈ ਜਿਸ ਨੂੰ ਸੈਲਗਾਓਂ ਬੇਸ ਕੈਂਪ ਕਹਿੰਦੇ ਨੇ।
ਇੱਥੋਂ ਦਿਖ ਨਹੀਂ ਪਾਊਗਾ ਉਹ, ਪਰ ਇਸ ਤੋਂ ਨੀਚੇ ਇਹਨਾਂ ਪਹਾੜਾਂ ਦੇ ਨੀਚੇ ਹੀ ਸ਼ੈਲਗਾਂव ਬੇਸ ਕੈਂਪ ਹੈ। ਤੇ ਫਿਰ ਡਾਈਨਿੰਗ ਹਾਲ ਦੇ ਦੁਆਰਾ ਆ ਜਾਓ। ਇਹ ਸਾਰਾ ਡਾਈਨਿੰਗ ਹਾਲ ਹੈ ਜਿਸ ਦੇ ਵਿੱਚ ਬੱਚੇ ਬੈਠ ਕੇ, ਟੀਚਰ ਬੈਠ ਕੇ ਸਾਂਝੇ ਤੌਰ ਤੇ ਪ੍ਰੇਅਰ ਕਰਕੇ ਇਸ ਦੇ ਵਿੱਚ ਆਪਣਾ ਭੋਜਨ ਗ੍ਰਹਿਣ ਕਰਦੇ ਨੇ। ਇਸ ਤਰਫ ਹੋਰ ਕਮਰੇ ਦਿੱਤੇ ਹੋਏ ਹਨ। ਕਮਰੇ ਕਹਿ ਦਈਏ ਜੋ ਬੱਚਿਆਂ ਦੇ ਲਈ ਰਹਿਣ ਲਈ, ਜੇ ਕਿਉਂਕਿ ਇਸ ਕੈਂਪ ਦੇ ਵਿੱਚ 100 200 ਦੇ ਬੱਚੇ ਨੇ ਜਿਹੜੇ ਉਹ ਇਸ ਕੈਂਪ ਨੂੰ ਅਟੈਂਡ ਕਰਦੇ ਹਨ। ਇਹ ਰਸਤਾ ਉਸ ਬੇਸ ਕੈਂਪ ਦੇ ਹਿੱਸੇ ਨੂੰ ਜਾਂਦਾ ਹੈ ਜਿੱਥੇ ਬੱਚਿਆਂ ਦੇ ਲਈ ਰਹਿਣ ਦਾ ਪ੍ਰਬੰਧ ਹੈ। ਉਹ ਉਸ ਸਮੇਂ ਵਰਤੇ ਜਾਂਦੇ ਹਨ ਜਦੋਂ ਇੱਥੇ ਗਿਣਤੀ ਹੈ ਜਿਹੜੀ ਉਹ ਵੱਧਦੀ ਚਲੀ ਜਾਂਦੀ ਹੈ। ਪਰ ਹੁਣ ਇਹਨਾਂ ਦੇ ਇੱਕ ਪਿਛਲੇ ਸਮੇਂ ਦੌਰਾਨ ਸਰਕਾਰਾਂ ਦੇ ਨਾਲ ਕੀਤੇ ਤਾਲਮੇਲ ਦੇ ਨਾਲ ਇੱਥੇ ਇਸ ਬੇਸ ਕੈਂਪ ਨੂੰ ਹੋਰ ਵਧੀਆ ਬਣਾਇਆ ਜਾ ਰਿਹਾ ਹੈ। ਇਸ ਲਈ ਰਿਪੇਅਰ ਦਾ ਕੰਮ ਵੀ ਚੱਲ ਰਿਹਾ ਹੈ। ਇਹ ਜਿਹੜਾ ਤੁਸੀਂ ਦੇਖ ਸਕਦੇ ਹੋ ਇਹ ਦੇਖੋ, ਇਹ ਬੇਸ ਕੈਂਪ ਹੈ ਦਾ ਉਹ ਹਿੱਸਾ ਹੈ ਜਿੱਥੇ ਬੱਚੇ ਨੇ ਜਿਹੜੇ ਉਹ ਜਾਂ ਟੀਚਰ ਜਦੋਂ ਗਿਣਤੀ ਵੱਧ ਜਾਂਦੀ ਹੈ ਤਾਂ ਭੇਜੇ ਜਾਂਦੇ ਹਨ। ਇਹ ਬੇਸ ਕੈਂਪ ਦੇ ਨਾਲ ਹੀ ਇੱਕ ਆਹ ਰਸਤਾ ਉੱਪਰ ਟਾਪ ਕਹਿੰਦੇ ਨੇ ਉਹਨੂੰ, ਟਰੀ ਟਾਪ ਵੀ ਦਰਖਤਾਂ ਦੇ ਉੱਪਰ ਇੱਕ ਹੋਰ ਟੀ ਟਾਪ ਬਣਿਆ ਹੋਇਆ ਹੈ। ਨੀਚੇ ਵੀ ਕਮਰੇ ਦਿੱਤੇ ਹੋਏ ਹਨ, ਪਰ ਇਹ ਜੋ ਕੰਮ ਕਰਦੇ ਨੇ, ਕੰਮ ਕਰਨ ਵਾਲੇ ਮੁਲਾਜ਼ਮਾਂ ਦੇ ਲਈ ਦਿੱਤੇ ਹੋਏ ਹਨ। ਬਹੁਤ ਮਿਹਨਤੀ ਸਟਾਫ ਹੈ ਸਾਰਾ। ਇਸ ਨੂੰ ਰੱਖ ਰਖਾਵ ਹੈ ਜਿਹੜਾ ਇਸ ਦਾ ਵਧੀਆ ਕਰਵਾਇਆ ਜਾ ਰਿਹਾ ਹੈ। ਹਰ ਸਮੇਂ ਇਹ ਕੰਮ ਦੇ ਵਿੱਚ ਮਸਰੂਫ ਰਹਿੰਦੇ ਨੇ ਕਿਉਂਕਿ ਇੱਥੇ ਕੰਮ ਹੀ ਇੰਨਾ ਹੈ ਹੱਦੋਂ ਵੱਧ, ਕਿਉਂਕਿ ਇਸ ਦੀ ਸਫਾਈ ਦੀ ਬਹੁਤ ਲੋੜ ਰਹਿੰਦੀ ਹੈ ਹਰ ਸਮੇਂ। ਕਿਉਂਕਿ ਸਾਨੂੰ ਪਤਾ ਹੈ ਕਿ ਇਹ ਇਸ ਤਰ੍ਹਾਂ ਦੀ ਥਾਂ ਹੈ ਜਿੱਥੇ ਹੁਣ ਜਿਵੇਂ ਧੁੱਪ ਦਿਖ ਰਹੀ ਹੈ ਤਾਂ ਇਹ ਨਹੀਂ ਪਤਾ 5 ਤੋਂ 10 ਮਿੰਟ ਦੇ ਵਿੱਚ ਹੀ ਇੱਥੇ ਮੀਂਹ ਪੈਣਾ ਸ਼ੁਰੂ ਹੋ ਜਾਵੇ। ਇੱਕ ਬੇਸ ਕੈਂਪ ਦੀ ਛੋਟੀ ਜਿਹੀ ਝਲਕ ਹੈ। ਇਸ ਨੂੰ ਤੁਸੀਂ ਦੇਖਿਆ ਜਿਸ ਨੂੰ ਮੇਰੇ ਵੱਲੋਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਤੇ ਇਸ ਬੇਸ ਕੈਂਪ ਦੇ ਵਿੱਚ ਆਉਣਾ ਬਹੁਤ ਜ਼ਰੂਰੀ ਹੈ। ਹਰ ਇੱਕ ਸਟੂਡੈਂਟ ਦਾ ਜ਼ਿੰਦਗੀ ਦੇ ਵਿੱਚ ਸਿੱਖਣਾ ਬਹੁਤ ਜ਼ਰੂਰੀ ਹੈ। ਜਿਵੇਂ ਉਸ ਤਰ੍ਹਾਂ ਹੀ ਘੱਟ ਸੁਵਿਧਾਵਾਂ ਦੇ ਵਿੱਚ ਜਿਉਣਾ ਸਿੱਖਣਾ ਬਹੁਤ ਜ਼ਰੂਰੀ ਹੈ। ਘੱਟ ਸੁਵਿਧਾਵਾਂ, ਪਾਣੀ ਦੀ ਵੀ ਲਿਮਟਿਡ ਮਾਤਰਾ ਹੁੰਦੀ ਹੈ। ਭੋਜਨ ਦੀ ਇਹਨਾਂ ਵੱਲੋਂ ਪੂਰੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਭੋਜਨ ਵਧੀਆ ਤੋਂ ਵਧੀਆ ਦਿੱਤਾ ਜਾ ਸਕੇ, ਪਰ ਫਿਰ ਵੀ ਕਿਤੇ ਨਾ ਕਿਤੇ ਕੁਛ ਜੇ ਕਮੀ ਹੁੰਦੀ ਵੀ ਹੈ ਤਾਂ ਇਹ ਦੇਖੋ, ਜਿਵੇਂ ਇਹ 2013 ਦੇ ਵਿੱਚ